ਹੈਲੋ ਦੋਸਤੋ, ਜਿਨ੍ਹਾਂ ਨੇ ਪੰਜਾਬ ਪਟਵਾਰੀ ਦਾ ਪੇਪਰ ਦਿੱਤਾ ਸੀ 8 ਅਗਸਤ ਨੂੰ, ਉਹਨਾਂ ਦਾ ਰਿਜ਼ਲਟ ਵੀ ਆ ਗਿਆ ਅਤੇ ਮੈਰਿਟ ਲਿਸਟ ਵੀ ਆ ਗਈ ਆ। ਅਤੇ ਆਪਾਂ ਇੱਕ ਇੰਪੋਰਟੈਂਟ ਮੁੱਦੇ 'ਤੇ ਗੱਲ ਕਰਨੀ ਆ ਕਿ ਜੋ ਬਹੁਤ ਹੀ ਜ਼ਰੂਰੀ ਆ। ਤਾਂ ਜਿਹੜੇ ਵੀ ਕੈਟਾਗਰੀ ਵਾਲੇ ਮਰਜ਼ੀ ਹੋਣ, ਭਾਵੇਂ ਉਹ SC BC ਜਰਨਲ, ਸਾਰੇ ਕੈਟਾਗਰੀ ਲਈ ਇੱਕ ਇੰਪੋਰਟੈਂਟ ਨਿਊਜ਼ ਹੈ ਜੀ। ਕਿਉਂਕਿ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਵਾਂ, ਕਿਉਂਕਿ ਇੱਕ ਮੈਂ ਆਪਣਾ ਫਰਜ਼ ਸਮਝ ਕੇ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵਾਂ। ਕਿਉਂਕਿ PSSB ਦਾ ਨੋਟਿਸ ਆਇਆ ਸੀ ਪੰਜਾਬ ਪਟਵਾਰੀ ਦਾ, ਕਿ ਉਹਦੇ ਵਿੱਚ ਸਾਫ਼ ਲਿਖਿਆ ਕਿ ਚੋਣ ਵਿਧੀ ਵਿੱਚ, ਕਿ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਿਹੜਾ ਵੀ ਹਰੇਕ ਕੈਟੇਗਰੀ ਵਿੱਚ ਜਿਹੜਾ ਵੀ ਪਰਸਨ ਪੇਪਰ ਦੇ ਰਿਹਾ ਉਹਨੂੰ 40% ਨੰਬਰ ਲੈਣੇ ਪੈਣਗੇ। ਮਤਲਬ ਕਿ 120 ਦੇ ਵਿੱਚੋਂ 48 ਕੁ ਲੈਣੇ ਪੈਣੇ ਆ, 47 ਦੇ 48, ਠੀਕ ਆ, ਐਸਟੀਮੇਟ ਲਾ ਲਓ ਜੀ 48 ਨੰਬਰ ਲੈਣੇ ਪੈਣੇ ਆ। ਤਾਂ ਪੰਜਾਬ ਪਟਵਾਰੀ ਦੀ ਤੁਸੀਂ ਮੈਰਿਟ ਲਿਸਟ ਵੇਖ ਲਈ ਹੋਊਗੀ, ਉਹਦੇ ਵਿੱਚ ਤੁਹਾਨੂੰ ਪਤਾ ਵੀ ਹੋਊਗਾ ਕਿ 0.75 ਵਾਲਾ 20 ਨੰਬਰ ਵਾਲਾ ਬੰਦਾ ਵੀ ਸਿਲੈਕਟ ਹੋ ਗਿਆ, ਠੀਕ ਆ ਜੀ। ਇੱਥੇ ਲੋਕਾਂ ਦੇ ਕੋਈ ਦੇ 60 ਸੀ, ਕਿਸੇ ਦੇ 62 ਸੀ, ਕਿਸੇ ਦੇ 63 ਸੀ। ਉਹ ਬੰਦੇ ਪੜ੍ਹਨ ਲਿਖਣ ਵਾਲੇ ਬੰਦੇ ਨਹੀਂ ਸਿਲੈਕਟ ਕੀਤੇ, ਜਿਹਨਾਂ ਨੂੰ ਕੁਛ ਆਉਂਦਾ ਨਹੀਂ, ਜਿਨ੍ਹਾਂ ਦੇ 1 ਨੰਬਰ ਨਹੀਂ ਹੋਇਆ, ਉਹ ਸਿਲੈਕਟ ਕਰ ਲਏ ਬੰਦੇ। ਕਈਆਂ ਵਿੱਚ ਬਹੁਤ ਰੋਸ ਆ, ਕਈ ਤਾਂ ਕਹਿ ਰਹੇ ਨੇ ਕਿ ਅਸੀਂ ਰਿਟ ਵਗੈਰਾ ਪਾਵਾਂਗੇ ਕਿਉਂਕਿ ਸਾਡੇ ਨੰਬਰ ਬਣਦੇ ਸੀ। ਓਬਜੈਕਸ਼ਨ ਵੀ ਲਾਈ ਸੀ, ਅਸੀਂ ਪ੍ਰੂਫ ਵੀ ਭੇਜਿਆ ਸੀ ਡਰਾਫਟ ਬਣਾ ਕੇ ਕਿ ਸਾਡਾ ਸਵਾਲ ਸਹੀ ਹੈ। ਕਿਉਂਕਿ ਤੁਹਾਨੂੰ ਪਤਾ 38 ਸਵਾਲਾਂ ਦੀ ਓਬਜੈਕਸ਼ਨ ਪਈ ਆ। ਕਿਉਂਕਿ 38 ਜੇ ਸਵਾਲ ਦੀ ਓਬਜੈਕਸ਼ਨ ਪਈ, ਮੰਨ ਲਓ ਕਿ ਉਹਨਾਂ ਵਿੱਚ 10 ਸਵਾਲ ਮੰਨ ਲਓ ਕਿ ਸਮਝੋ ਕਿ PSSB ਵੀ ਸਹੀ ਹੋਣਗੇ, ਤਾਂ ਜਿਹੜੇ ਚੀਜ਼ਾਂ ਦਾ ਸਹੀ ਸੀ ਸਵਾਲ ਅਤੇ ਉਹ ਤੁਹਾਨੂੰ ਪਤਾ ਕਿ ਇਹਨਾਂ ਨੇ ਗਲਤ ਕੀਤੇ ਹੋਏ ਸੀ। ਤਾਂ ਬਹੁਤ ਉੱਚ ਵੀ ਕਈ ਅਕੈਡਮੀ ਵਾਲੇ ਕਹਿ ਰਹੇ ਸੀ। ਤੁਹਾਨੂੰ ਇਹ ਨਹੀਂ ਕਿ ਚਲੋ ਇੱਕ ਬੰਦਾ ਹੋਵੇ, ਚਲ ਵੱਖਰੀ ਗੱਲ ਆ, ਕਿਉਂਕਿ ਬਹੁਤ ਹੀ ਜਾਣਿਆਂ ਨੇ ਦੇਖਿਆ ਆਪਣਾ ਰਿਜ਼ਲਟ ਆਣ ਕੇ, ਕਿਉਂਕਿ ਠੀਕ ਆ ਜੀ। ਅਤੇ ਆਣ ਕੇ ਰਿਜ਼ਲਟ ਦੇਖਿਆ, ਕਿਉਂਕਿ ਮੇਰੇ ਵੀ ਨੰਬਰ ਘੱਟ ਸੀ, ਕਿਉਂਕਿ ਮੈਂ ਤਾਂ ਅੱਧੇ ਨੰਬਰ ਤੋਂ ਰਿਹਾ ਵਾਂ, ਠੀਕ ਆ ਜੀ। ਕੋਈ ਮੈਂ ਜ਼ਿਆਦਾ ਨੰਬਰ ਤੋਂ ਨਹੀਂ ਰਿਹਾ, ਕਿਉਂਕਿ ਮੇਰੀ ਜਰਨਲ ਕੈਟਾਗਰੀ ਸੀ। ਮੇਰਾ ਇਹੋ ਗੱਲ ਸੀ, ਕਿਉਂਕਿ ਜੇ ਤੁਸੀਂ ਉੱਦਾਂ ਆਖਦੇ ਹੋ ਕਿ ਸਾਡੇ ਸਾਰੇ ਇੱਕੋ ਸੇਮ ਆ, ਸਾਰੇ ਪਰਸਨ ਇੱਕੋ ਆ, ਜ਼ਿਆਦਾ ਤੁਸੀਂ ਤਾਂ ਵਿਤਕਰਾਪ ਕਰ ਰਹੇ ਹੋ। ਰਾਜਨੀਤਿਕ ਵਿੱਚ ਕਾਹਤੋਂ ਲਿਆ ਰਹੇ ਹੋ ਇਹਦੇ ਵਿੱਚ ਰਿਜ਼ਰਵੇਸ਼ਨ? ਚਲੋ ਕੈਟਾਗਰੀ ਵਾਈਜ਼ ਤੁਸੀਂ ਰੱਖ ਲਓ, ਕੱਟ ਆਫ ਇੱਕ ਰੱਖੋ। ਜਿਹੜੇ ਬੰਦੇ ਐਲੀਜੀਬਲ ਨੇ, ਜਿਹੜੀ ਤੁਸੀਂ ਕੱਟ ਆਫ ਦੱਸੀ ਹੈ, ਇਹਦੇ ਤੋਂ ਉੱਪਰ ਜਿਹੜੇ ਹੀ ਬੰਦੇ ਸਿਲੈਕਟ ਕੀਤੇ ਜਾਣਗੇ ਤਾਂ ਉਹ ਬੰਦੇ ਸਿਲੈਕਟ ਕਰੋ। ਜੇ ਬੰਦੇ ਤੁਹਾਡੇ ਤੋਂ ਨਹੀਂ ਹੋ ਰਹੇ ਤਾਂ ਅਦਰ ਕੈਟਾਗਰੀ 'ਚ ਵੇਖੋ ਕਿ ਉਹ ਬੰਦੇ ਕਿਹੜੇ ਹੈਗੇ ਜਿਨ੍ਹਾਂ ਦੇ ਨੰਬਰ ਵੱਧ ਆ, ਤਾਂ ਤੁਸੀਂ ਉਹਨਾਂ ਨੂੰ ਦੇ ਰਹੇ ਹੋ ਕਿ ਨੌਕਰੀ ਜਿਹੜੇ ਐਲੀਜੀਬਲ ਨਹੀਂ ਆ, ਠੀਕ ਆ ਜੀ। ਇਹ ਨਹੀਂ ਮੈਂ ਕਹਿੰਦਾ ਕਿ ਯਾਰ ਕਿਸੇ ਨੂੰ ਨਹੀਂ, ਮੈਂ ਕੈਟਾਗਰੀ ਨੂੰ ਮੇਨ ਕੰਸੀਡਰ ਕਰਕੇ ਕਹਿੰਦਾ ਕਿ ਤੁਹਾਡੇ ਨੰਬਰ ਘੱਟ ਸੀ, ਤੁਹਾਡੀ ਸਿਲੈਕਸ਼ਨ ਹੋ ਗਈ। ਮੈਂ ਤਾਂ ਵਧਾਈ ਦਿੰਦਾ ਚਲੋ ਕਿ ਤੁਹਾਡੀ ਸਿਲੈਕਸ਼ਨ ਹੋਈ ਆ। ਬਾਕੀ ਆ ਕਿ ਜਿਹੜੀ ਗੱਲ ਗਲਤ ਸੀ, ਮੈਂ ਗਲਤ ਆਖੀ ਆ। ਤੁਸੀਂ PSSB ਦਾ ਪਟਵਾਰੀ ਦਾ ਨੋਟੀਫਿਕੇਸ਼ਨ ਵੇਖ ਲਿਓ, ਉੱਥੇ ਚੋਣ ਵਿਧੀ ਵਾਲਾ ਹੈਗਾ ਵਾ। ਜਿਹਨੂੰ ਇਹ ਨੋਟੀਫਿਕੇਸ਼ਨ ਚਾਹੀਦਾ ਮੈਨੂੰ ਟੈਲੀਗ੍ਰਾਮ 'ਤੇ ਮੈਸੇਜ ਕਰ ਦਿਓ, ਮੈਂ ਉਹਨੂੰ ਟੈਲੀਗ੍ਰਾਮ 'ਤੇ ਨੋਟੀਫਿਕੇਸ਼ਨ ਵੀ ਪ੍ਰੋਵਾਈਡ ਕਰਾ ਦੂੰਗਾ। ਜਿਹਦੇ ਵਿੱਚ ਉਹਨਾਂ ਨੇ 3 ਨੰਬਰ 'ਤੇ ਲਿਖਿਆ, ਉਪਰੋਕਤ ਦਰਸਾਈਆਂ ਅਸਾਮੀਆਂ ਵਾਸਤੇ ਵਿਚਾਰੇ ਜਾਣ ਲਈ ਹਰ ਸ਼੍ਰੇਣੀ ਦੇ ਉਮੀਦਵਾਰ ਲਈ ਲਿਖਤੀ ਪ੍ਰੀਖਿਆ ਵਿੱਚੋਂ ਘੱਟ ਤੋਂ ਘੱਟ 40% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਲਿਖਤੀ ਪ੍ਰੀਖਿਆ ਵਿੱਚ 40% ਅੰਕਾਂ ਤੋਂ ਘੱਟ ਪ੍ਰਾਪਤ ਕਰਨ ਵਾਲੇ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਅਯੋਗ ਫੇਲ ਕਰਾਰ ਦਿੰਦੇ ਉਪਰੋਕਤ ਅਸਾਮੀਆਂ ਲਈ ਚੋਣ ਵਾਸਤੇ ਕਿਸੇ ਵੀ ਸਥਿਤੀ ਵਿੱਚ ਵਿਚਾਰਿਆ ਨਹੀਂ ਜਾਵੇਗਾ। ਤਾਂ ਤੁਸੀਂ ਇੱਥੋਂ ਇਸ ਗੱਲ ਤੋਂ ਸਾਫ਼ ਹੋਗੇ ਕਿ 40% ਤੋਂ ਘੱਟ ਵਾਲੇ ਵੀ ਹੁਣ ਇਹਨਾਂ ਨੇ ਚੋਣ ਕੀਤੇ ਆ। ਭਾਵੇਂ ਇਹਨਾਂ ਪਹਿਲੇ ਚਰਨ ਦੀ ਸੀ ਤਾਂ ਦੂਜੇ ਦੋਵਾਂ ਜਿਹੜੇ ਪੜਾਅ ਪੇਪਰ ਹੋਣੇ ਸੀ ਉਹਨਾਂ ਲਈ ਲਿਮਟ ਸੀ ਕਿ 40% ਤੋਂ ਨੰਬਰ ਤੁਹਾਡੇ ਘੱਟ ਨਹੀਂ ਹੋਣੇ ਚਾਹੀਦੇ ਸੀ। ਪਹਿਲਾਂ ਤਾਂ ਓਬਜੈਕਸ਼ਨ ਦੀ ਲੱਗੀ ਰਹੀ ਕਿ ਓਬਜੈਕਸ਼ਨ ਸੀ, ਕਈ ਸਵਾਲ ਇਹਨਾਂ ਨੇ ਸਹੀ ਕੀਤੇ, 2-3 ਸਹੀ ਕੀਤੇ ਸੀ, ਬਾਕੀ ਤਾਂ ਇਹਨਾਂ ਆਖਿਆ ਸਾਡੇ 27 ਸਵਾਲ ਦਾ ਠੀਕ ਆ ਵਿਦ ਪ੍ਰੂਫ ਆ, ਬੁੱਕਾਂ ਦੇ ਵਿੱਚ ਜੋ ਲਿਖਿਆ ਵਾ, ਠੀਕ ਆ ਜੀ। ਹੋਰ ਤੁਹਾਨੂੰ ਜਰਨਲ ਡਾਇਰ ਦਾ, ਕਈਆਂ ਦੀ ਲੜਾਈ ਵਾਲਾ ਸੀ, ਕੋਈ ਅਖਾਣ ਸੀ, ਉਹ ਜ਼ਬਾਨੀ ਖਰਚਾ ਕਹਿੰਦੇ ਹੈਗਾ ਵਾ, ਉਹਦਾ ਝੂਠਿਆਂ ਦਾ ਗੁਰੂ ਆਉਣਾ ਸੀ। ਤਾਂ ਕਈਆਂ ਨੇ ਤਾਂ ਯਾਰ ਕੋਡ ਨਹੀਂ ਲਿਖਿਆ ਸੀ, ਉਹਨਾਂ ਦੇ ਨੰਬਰ ਪੇਪਰ ਚੈੱਕ ਹੋ ਗਏ, ਉਹਨਾਂ ਦਾ ਲਿਸਟ ਵਿੱਚ ਨੇਮ ਆ ਗਿਆ। ਤਾਂ ਇਹ ਗੱਲਾਂ ਕਈ ਸਵਾਲ ਖੜੇ ਕਰਦੇ ਕਿ ਕਿੱਥੇ ਆਪਣਾ ਪ੍ਰਸ਼ਾਸਨ ਆਪਣਾ ਹੈਗਾ ਉਹ ਖਰਾਬ ਹੈ ਕਿੱਦਾਂ? ਕਿਉਂਕਿ ਸਰਕਾਰ ਹੀ ਨਹੀਂ ਇੱਕ ਚੰਗੀ ਹੈ ਕਿ ਤੁਹਾਨੂੰ ਇੱਕ ਪੈਗਾ ਹੀ ਨੋਟੀਫਿਕੇਸ਼ਨ ਕਿ ਜਿਹੜੇ ਰਿਟਾਇਰ ਪਟਵਾਰੀ ਆ ਉਹਨਾਂ ਨੂੰ ਰੱਖ ਲੈਣਾ। ਕਿਉਂਕਿ ਬੇਰੁਜ਼ਗਾਰ ਨੂੰ ਨਹੀਂ ਰੱਖਣ ਨਹੀਂ ਦਾ, ਪਟਵਾਰੀ ਜਿਹੜੇ ਪੁਰਾਣੇ ਉਹ ਰੱਖਣ ਦਾ, ਜਾਂ ਤਾਂ ਉਦੋਂ ਬੰਦਾ ਰੱਖਦਾ ਕਿ ਜਦੋਂ ਮੰਨ ਲਓ ਕਿ ਨਵੀਂ ਵੈਕੈਂਸੀ ਨਹੀਂ ਹੈਗੀ, ਨਵਾਂ ਯੂਥ ਨਹੀਂ ਕੋਈ ਹੈਗਾ ਅਪਲਾਈ ਕੀਤਾ ਤਾਂ ਪੁਰਾਣੇ ਰੱਖੋ। ਜਾਂ ਤੁਸੀਂ ਵੇਖ ਸਕਦੇ ਹੋ ਅਕਸਰ ਸਰਵਿਸਮੈਨ ਵਿੱਚ ਰੱਖੇ ਹੋਏ ਆ। ਚਲੋ ਮੈਂ ਨਹੀਂ ਕਹਿੰਦਾ ਕਿ ਅਕਸਰ ਸਰਵਿਸਮੈਨ, ਕਿਉਂਕਿ ਲੋੜ ਹੁੰਦੀ ਕਈਆਂ ਨੂੰ, ਅਤੇ ਚਲ ਮੈਂ ਨਹੀਂ ਕਹਿੰਦਾ ਕਿ ਯਾਰ ਕਿਸੇ ਕੈਟਾਗਰੀ ਨੂੰ ਮੇਨ ਰੱਖਦਾ। ਮੈਂ ਗੱਲ ਕਹਿੰਦਾ ਕਿ ਜੋ ਚੀਜ਼ ਹੈਗੀ ਸੀ, ਲਿਮਟ ਸੀ, ਜੋ ਕੁਆਲੀਫਾਈ ਦੀ ਲਿਮਟ ਸੀ, ਉਹ ਚੀਜ਼ ਨੂੰ ਵੇਖਦੇ। ਤਾਂ ਜੀ ਮੈਂ ਦਿਖਾ ਰਿਹਾ ਤੁਹਾਨੂੰ, ਮੈਂ ਨੰਬਰ ਹੀ ਦਿਖਾਉਣਾ ਕਿੰਨਾ ਅਤੇ ਕਿੱਦਾਂ ਆਏ ਆ। ਅਤੇ ਤੁਸੀਂ ਦੇਖ ਸਕਦੇ ਹੋ ਕਿ 38 ਵਾਲੇ ਹੋ ਗਏ ਸਿਲੈਕਟ। ਤੁਹਾਨੂੰ ਪਤਾ ਵੀ ਇਹਨਾਂ ਦੇ ਘੱਟ ਵਾਲੇ ਨੰਬਰ ਹੀ, ਚੱਲ ਜਿਨ੍ਹਾਂ ਦੇ ਤਾਂ ਹੈਗੇ ਸੀ ਚਲੋ ਕਿ 48 ਤੋਂ ਵੱਧ ਸੀ, ਮੈਂ ਤਾਂ ਉਹਨੂੰ ਕਹਿੰਦਾ ਕਿ ਉਹ ਐਲੀਜੀਬਲ ਹੈਗੇ ਸੀ, ਭਾਵੇਂ ਕਿਸੇ ਵੀ ਕੈਟਾਗਰੀ ਵਿੱਚ ਆਉਂਦੇ ਨੇ। ਆਹ ਦੇਖ ਸਕਦੇ ਹੋ, ਭਾਵੇਂ ਸਪੋਰਟਸ ਕੋਟਾ ਜਿੱਦਾਂ ਮਰਜ਼ੀ ਆ, ਠੀਕ ਆ ਜੀ। 0.75 ਕਿ 1 ਨੰਬਰ ਵੀ ਨਹੀਂ ਜਿਹਨੂੰ ਆਇਆ 120 ਦੇ ਵਿੱਚੋਂ, ਉਹ ਬੰਦੇ ਨੂੰ ਕਹਿੰਦੇ ਕਿ ਤੁਸੀਂ ਆ ਜਾਓ ਪੇਪਰ ਦੇਣ,
ठीक है जी। 11 वाले हो गए, 12 वाले हो गए, 13 वाले, क्योंकि ये गल इन्होंने ये नहीं आख्या कि ये कैटेगरी में घੱਟ नंबर चाहिए ने। हमेशा ये गल आखी कि ਜਿਹੜੇ भी इस कैटेगरी किसी भी कैटेगरी अप्लाई करने उन्होंने नंबर ਵੱਧ चाहिए ने। ठीक है जी। आ मतलब ये भी है ना स्पोर्ट्स कोटे में जिन्हों के नंबर 65 आए आ, तो तुसीं ये गल तुम वेख सकते हो, क्योंकि एक इसे च नहीं होया। तुसीं देख सकते 43 आ, किसी 50, किन्ना कई जिन्हों के 62 63 नंबर ते रह गए ने। ठीक है जी। तो उन्होंने पुछ के देखो ना किदा उन्होंने लग रहा वा। चलो मैं तो कहना सारे सौखा, क्योंकि जिन्हों के 82 नंबर आए कोई पढ़ के लिया होगा पेपर कई ने। चल कई दे तो मैं मानता कि ऑब्जैक्शन लगी सी, कई सवाल ठीक सी पर उन्होंने नंबर नहीं मिले। उन्होंने है रोस वगैरह भी। तो देखो 46 वाले हो रहे हैं, 45 वाले हो रहे हैं। ये यार इदा नहीं करना चाहिए, सारिਆਂ इको रखना चाहिए, क्योंकि 37 36 वाले जे हो रहे हैं भावें फिजिकल हैंडीकैप ਜਿਹੜੇ मर्जी ने। ठीक जी। सारिਆਂ जे तुसीं एक बराबर कहते हो ना, भावें कानून के आर्टिकल 16 कहता ना कि कानून की नज़र में सब बराबर आ, तो सब जगह तो ही बराबर ने। चल मैं ये नहीं कहता तुसीं अगे देनी आ रिजर्वेशन देनी आ, तुसीं दो कोटे नूं, पर ये ना कि करो कि ਜਿਹੜੇ बाकी कैटेगरी वाले है जरनल वाले, ज़्यादातर जरनल वाले, एक तो तुसीं उन्हां तों फीस वध लैंदे हो। ठीक है। एक उन्हां तुसीं नंबर वध दिंदे हो, क्योंकि उन्होंने वखरा कोई दिमाग तो पाया नहीं रब ने। सारिਆਂ रब ने इक्को जिहा बनाया, सब नूं सेम बॉडी दित्ती आ, सेम दिमाग दिता वा। तो तुसीं वितकरा काहतों कर रहे हो? क्योंकि पहला भी ब्राह्मण शूद्र वाला दा काम फिर चल रहा है इत्थे ते। क्योंकि जे चीज़ां नूं खत्म किया गया तो इन्हां चीज़ां नूं वेखो, जे आर्टिकल 17 दे विच ये गल लिखी कि छूआ छूत नहीं कर सकते, तो ये तुसीं तां सिंपल कर रहे हो कि तुसीं जा हो गए, तुसीं जट हो जी, तुसीं आ हो जी, तुसीं आ हो। बाकी है कि किसी नूं मेरी गल का गुस्सा तो लगे तो सॉरी। बाकी है कि जो गल सच सी तुसीं आप देख सकते हो कि कई 45 46 वाले हो गए ने। ठीक है जी। 39 वाले हो गए ने, तो क्योंकि उन्हों की कैटेगरी कई बंदियां दे वध नंबर है ने। ठीक है जी। वो तुसीं सिलेक्ट करो कि जिन्हां दा हक बनदा उन्होंने तुसीं दो। ये ना कि तुसीं जिहड़े तुहाडी लिमिट दसी तुसीं उह तों जिहड़े नीचे बंदे है वो भी तुसीं सिलेक्ट कर रहे हो, तो ये गल गलत आ। तो यह है कि बाकी तुसीं आप देख सकते हो। बाकी मेरा गल तुहानूं समझाउणा सी। बाकी है कि एक बहुत गड़बड़ हो रही है, क्योंकि रिश्वत लैके पैसे वाले ही हो रहे हैं। क्योंकि एक दा पेपर तुहानूं पता है बहुत कुछ होया, पेपर कई लेट दिता गया, ना कोई टाइमिंग दसी गई, तुहाडा टाइमिंग ना रह गया वा किद्दां रह गया। क्योंकि ऑनलाइन पेपर होंदा ना, तो बंदे नूं टाइमिंग भी शो होंदी है, ये कोई ना टाइमिंग दसना, लास्ट रन के तुसीं पेपर फड़ लग पैंदे हो। तो जिन्हां दे 48 तो वध मैनूं उन्हां नाल नहीं कोई हैगा कि वो चल सिलेक्ट होए तो वधिया गा। ठीक है जी। जो लिमिट दे विच दस्सिया वा कि 40% नंबर चाहिए तुहाडे, उह तों जे तुहाडे नंबर घट आ रहे तो फिर तो यार गलत गल आ। बाकी है कि मेरा इन्ना काम है। बाकी है कि जिन्होंने मेरिट लिस्ट चाहिए वो वेख सकता, PEER+ की साइड पर अवेलेबल है जी। बाकी तुसीं टैलीग्राम ग्रुप पर जाके मेरे तो लै सकते हो। बाकी तुहाडे की विचार तुसीं दे सकते हो। बाकी है कि सब जे कैटेगरी नूं को रखो, कट ऑफ सब दी सेम रखो, सब नूं ही बराबर तक दो। मैं नहीं कहता कि यार जरनल नूं वध सीटां दो, सब नूं इक्को रखो। जिहड़ा भी कैटेगरी भावें SC वाला सारे लै जांदा सीटां, वो कोई चक्कर नहीं आ कि जिहड़ा दी मेहनत नाल नंबर उन्ने लै रहा, जिद्दां UPSC वगैरह एग्जाम हुंदे ने। ठीक है जी। उन्हां विच नहीं जे कट ऑफ दा इदां करदे जां कैटेगरी वाइज इदां करदे तां उदां किसी विच वितकरा ना होवे। ठीक है जी। बाकी है कि इन्नी गल मैं कहना चाहुंदा, बाकी किसी नूं बुरा लगे तो सॉरी जी।